ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਜਗਤ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਮੰਗਲਾਚਰਨ ਦੀ ਵਿਆਖਿਆ ਕਰ ਚੁੱਕੇ ਹਾਂ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਅਰਸ ਪਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਆਰੰਭ ਵਿੱਚ ਮੰਗਲਾਚਰਨ ਦਿੱਤਾ। ਇੱਕ ਓਂਕਾਰ ਤੋਂ ਲੈ ਕੇ ਸੈਭੰਗ ਤੱਕ ਪ੍ਰਭੂ ਦੇ 8 ਗੁਣਾਂ ਦਾ ਵਰਣਨ ਕੀਤਾ ਕਿ ਅਸੀਂ ਕਿਹੜੇ ਰੱਬ ਨਾਲ ਸਾਂਝ ਪਾਉਣੀ ਹੈ। ਉਸ ਤੋਂ ਅੱਗੇ ਹੈ ਗੁਰਪ੍ਰਸਾਦ। ਉਹ ਐਸਾ ਪ੍ਰਭੂ ਮਿਲਦਾ ਕਿਵੇਂ ਹੈ? ਗੁਰੂ ਜੀ ਦੀ ਕਿਰਪਾ ਦੇ ਦੁਆਰਾ। ਤੇ ਗੁਰੂ ਦੀ ਕਿਰਪਾ ਹੈ ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਦੇ ਰਾਹੀਂ ਪ੍ਰਭੂ ਦੇ ਉਹ 8 ਗੁਣ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੁੰਦੇ ਹਨ। ਰੱਬ ਦੇ ਅਸੀਂ ਦਰਸ਼ਨ ਕਰਦੇ ਹਾਂ। ਗੁਰਪ੍ਰਸਾਦ ਤੋਂ ਬਾਅਦ 2 ਡੰਡੀਆਂ ਹਨ, ਜਿੱਥੇ ਮੰਗਲਾਚਰਨ ਸੰਪੂਰਨ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਹਨੂੰ ਮੂਲ ਮੰਤਰ ਵੀ ਕਿਹਾ ਗਿਆ ਹੈ। ਗੁਰਪ੍ਰਸਾਦ ਦੀਆਂ 2 ਡੰਡੀਆਂ ਤੋਂ ਬਾਅਦ ਫਿਰ 2 ਡੰਡੀਆਂ ਆਉਂਦੀਆਂ ਨੇ। ਅੱਗੇ ਆਉਂਦਾ ਹੈ ਜਪ, ਉਸ ਤੋਂ ਬਾਅਦ ਫਿਰ 2 ਡੰਡੀਆਂ। ਭਾਵ ਵਿਸ਼ੇਸ਼ ਤੌਰ ਤੇ ਜਪ ਦੇ ਸੱਜੇ ਤੇ ਖੱਬੇ ਪਾਸੇ 2-2 ਡੰਡੀਆਂ ਹਨ, ਵਿਚਕਾਰ ਸ਼ਬਦ ਹੈ ਜਪ। ਇਹ ਬਾਣੀ ਦਾ ਨਾਮ ਹੈ। ਕੁਝ ਲੋਕਾਂ ਨੇ ਜਪ ਦੇ ਖੱਬੇ ਪਾਸੇ ਦੀਆਂ ਡੰਡੀਆਂ ਉਤਾਰਨ ਦੀ ਗੁਸਤਾਖੀ ਕੀਤੀ ਹੈ, ਜੋ ਠੀਕ ਨਹੀਂ ਹੈ। ਜਪ ਦੇ ਖੱਬੇ ਤੇ ਸੱਜੇ ਪਾਸੇ 2 ਡੰਡੀਆਂ, ਵਿਚਕਾਰ ਜਪ, ਇਹਦਾ ਮਤਲਬ ਇਹ ਬਾਣੀ ਦਾ ਨਾਮ ਹੈ, ਸਿਰਲੇਖ ਹੈ। ਤੇ ਇਸ ਜਪ ਦਾ ਭਾਵ ਅੱਗੋਂ ਇਸ ਜਪ ਦੀ ਸਾਰੀ ਵਿਆਖਿਆ ਹੈ ਕਿ ਜਪ ਕੀ ਹੈ, ਜਪ ਕਿਸ ਦਾ ਕਰਨਾ ਹੈ, ਜਪ ਕਿਵੇਂ ਕਰਨਾ ਹੈ, ਜਪ ਕਿਉਂ ਕਰਨਾ ਹੈ, ਜਪ ਕਰਨ ਨਾਲ ਜ਼ਿੰਦਗੀ 'ਚ ਤਬਦੀਲੀ ਕਿਵੇਂ ਆਉਂਦੀ ਹੈ। ਔਰ ਆਪ ਹੈਰਾਨ ਹੋਵੋਗੇ ਜਦੋਂ ਅੱਗੋਂ ਸਾਰੀ ਬਾਣੀ ਦੀ ਵਿਆਖਿਆ ਆਪ ਸਰਵਣ ਕਰੋਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁਰਾਣੀਆਂ ਵਿਚਾਰਧਾਰਾ ਨੂੰ ਰੱਦ ਕਰਕੇ ਇੱਕ ਨਵੀਂ ਸੋਚ ਜਗਤ ਦੀ ਝੋਲੀ ਵਿੱਚ ਪਾਈ ਕਿ ਆਹ ਹੈ ਜਪ। ਜਪ ਦੇ ਅਸਲੀ ਅਰਥ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬਾਣੀ 'ਚ ਦਰਸਾਏ। ਜਪ ਬਾਣੀ ਦਾ ਨਾਮ ਹੈ। ਇਸ ਤੋਂ ਅੱਗੇ ਹੈ ਸ਼ਲੋਕ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦਿ ਸੱਚ ਜੁਗਾਦ ਸੱਚ ਆਮ ਤੌਰ ਤੇ 3 ਕਾਲਾਂ ਵਿੱਚ ਗੱਲ ਕੀਤੀ ਜਾਂਦੀ ਹੈ। ਲੰਘ ਚੁੱਕਿਆ ਸਮਾਂ ਭੂਤਕਾਲ, ਹੋਣ ਵਾਲਾ ਵਰਤਮਾਨ, ਆਉਣ ਵਾਲਾ ਸਮਾਂ ਭਵਿੱਖ ਕਾਲ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਦੀ ਗੱਲ ਕੀਤੀ, ਉਦੋਂ 3 ਨਹੀਂ 4 ਕਾਲਾਂ ਵਿੱਚ ਗੱਲ ਕੀਤੀ। ਜੁਗਾਦ ਸੱਚ, ਜੁਗਾਦ 2 ਸ਼ਬਦਾਂ ਨੂੰ ਮਿਲ ਕੇ ਬਣਿਆ ਹੈ, ਜੁਗ ਪਲੱਸ ਆਦ। ਜੁਗ ਦਾ ਅਰਥ ਹੁੰਦਾ ਸਮਾਂ ਤੇ ਆਦ ਮੈਨੇ ਮੁੱਢ। ਸਮੇਂ ਦੇ ਮੁੱਢ ਤੋਂ ਪ੍ਰਭੂ ਸੱਚ ਸੀ, ਭੂਤਕਾਲ ਦੀ ਅਵਸਥਾ ਆ ਗਈ। ਹੈ ਵੀ ਸੱਚ, ਹੁਣ ਵਰਤਮਾਨ ਦੇ ਵਿੱਚ ਵੀ ਉਹ ਸਦੀਵੀ ਹੈ। ਨਾਨਕ ਇੱਥੇ ਰੁਕਣਾ, ਸੰਬੋਧਨ ਹੈ, ਹੇ ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਭਵਿੱਖ ਵਿੱਚ ਵੀ ਉਹ ਸੱਚ ਰਹੇਗਾ, ਸਦੀਵੀ ਹੋਂਦ ਵਾਲਾ ਰਹੇਗਾ। ਇਹ ਤੇ ਸੀ 3 ਕਾਲ। ਚੌਥਾ ਕਾਲ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ। ਜੁਗਾਦ ਮੈਨੇ ਸਮੇਂ ਦੇ ਮੁੱਢ ਤੋਂ, ਜਦੋਂ ਸਮੇਂ ਦੀ ਸ਼ੁਰੂਆਤ ਹੋਈ, ਤੇ ਸਮੇਂ ਦੀ ਸ਼ੁਰੂਆਤ ਹੋਈ ਸੂਰਜ ਤੋਂ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਹੈ ਉੱਥੇ ਦਿਨ ਹੈ, ਧਰਤੀ ਦੇ ਦੂਸਰੇ ਪਾਸੇ ਰਾਤ। ਸੂਰਜ ਤੋਂ ਦਿਨ ਰਾਤ ਬਣੇ, 6 ਰੁੱਤਾਂ ਬਣੀਆਂ, ਔਰ ਸੂਰਜ ਤੋਂ ਹੀ ਸਮਾਂ ਬਣਿਆ, ਜਿਹਨੂੰ ਕਹਿ ਦਿੱਤਾ ਜੁਗਾਦ ਸੱਚ। ਸਮੇਂ ਦੇ ਮੁੱਢ ਤੋਂ ਸੱਚ। ਜਦੋਂ ਸਮੇਂ ਦੀ ਹੋਂਦ ਸ਼ੁਰੂ ਹੋਈ, ਪ੍ਰਭੂ ਉਦੋਂ ਵੀ ਸੱਚ ਸੀ,
ਪਰ ਗੁਰੂ ਨਾਨਕ ਸਾਹਿਬ ਜੀ ਨੇ ਚੌਥਾ ਕਾਲ ਦੇ ਦਿੱਤਾ, ਜਦੋਂ ਅਜੇ ਸਮਾਂ ਵੀ ਨਹੀਂ ਸੀ ਬਣਿਆ, ਜਦੋਂ ਦਿਨ ਰਾਤ ਵੀ ਨਹੀਂ ਸਨ ਬਣੇ, ਜਦੋਂ ਭੂਤਕਾਲ ਦੀ ਵੀ ਹੋਂਦ ਸ਼ੁਰੂ ਨਹੀਂ ਸੀ ਹੋਈ। ਪ੍ਰਭੂ ਤੇ ਮੁੱਢ ਤੋਂ ਹੀ, ਸ੍ਰਿਸ਼ਟੀ ਦੇ ਆਦ ਤੋਂ ਹੀ ਸੱਚ ਹੈ। ਆਦ ਮਨੇ ਮੁੱਢ ਤੋਂ। ਅਰਬਦ ਨਰਬਦ ਧੁੰਦੂ ਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਦਿਨ ਰਾਤ ਸੂਰਜ ਚੰਦਰਮਾ ਵੀ ਨਹੀਂ ਸਨ, ਉਦੋਂ ਵੀ ਉਹ ਸੀ। ਜਦੋਂ ਸਮੇਂ ਦੀ ਵੀ ਸ਼ੁਰੂਆਤ ਨਹੀਂ ਸੀ ਹੋਈ, ਸਮੇਂ ਤੋਂ ਪਹਿਲਾਂ ਸ੍ਰਿਸ਼ਟੀ ਦੇ ਮੁੱਢ ਤੋਂ ਹੀ ਉਹ ਪ੍ਰਭੂ ਸੀ, ਆਦ ਸੱਚ। ਸਮੇਂ ਦੀ ਸ਼ੁਰੂਆਤ ਹੋਈ, ਉਦੋਂ ਵੀ ਉਹ ਸੱਚ ਸੀ, ਜੁਗਾਦ ਸੱਚ। ਹੁਣ ਵੀ ਉਹ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਹੈ ਨਾਨਕ। ਆਉਣ ਵਾਲੇ ਸਮੇਂ ਵੀ ਉਹ ਸਦਾ ਥਿਰ ਸਦੀਵੀ ਹੋਂਦ ਵਾਲਾ ਹੀ ਰਹੇਗਾ। ਇਹ ਪ੍ਰਭੂ ਦਾ ਮੂਲ ਗੁਣ ਹੈ, ਸੱਚ। ਜਿੰਨੇ ਵੀ ਪ੍ਰਭੂ ਦੇ ਨਾਂ ਨੇ, ਅਸੀਂ ਉਹਦੇ ਕੰਮਾਂ ਨੂੰ ਦੇਖ ਕੇ ਰੱਖੇ ਨੇ। ਜੇ ਪ੍ਰਭੂ ਪੈਦਾ ਕਰਨ ਵਾਲਾ ਤੇ ਨਾਂ ਰੱਖ ਦਿੱਤਾ ਕਰਤਾਰ, ਸਿਰਜਣਹਾਰ। ਜੇ ਉਹ ਰਿਜ਼ਕ ਦੇ ਰਿਹਾ ਹੈ, ਨਾਂ ਰੱਖ ਦਿੱਤਾ ਰਾਜ਼ਕ, ਦਾਤਾਰ। ਜਿਹੋ ਜਿਹੇ ਗੁਣ ਦੇਖੇ, ਨਾਮ ਰੱਖ ਦਿੱਤਾ। ਪਰ ਜੇ ਉਹਦਾ ਪੁਰਾਤਨ ਤੋਂ ਪੁਰਾਤਨ ਨਾਮ ਕੋਈ ਦੇਖਣਾ ਹੋਵੇ, ਉਹ ਸੱਚ ਹੀ ਹੋਏਗਾ, ਸਦੀਵੀ। ਕਿਰਤਮ ਨਾਮ ਕਥੇ ਤੇਰੇ ਜੇਬਾ। ਜ਼ੁਬਾਨ ਕਿਰਤਮ ਨਾਮ ਕਥਦੀ ਹੈ। ਕਿਰਤਮ ਮੈਨੇ ਕੀਤੇ ਕੰਮਾਂ ਨੂੰ ਦੇਖ ਕੇ ਰੱਖੇ ਹੋਏ ਨਾਮ। ਜਿਹੜੇ ਜਿਹੜੇ ਇਨਸਾਨ ਨੇ ਰੱਬ ਦੇ ਕਰਮ ਦੇਖੇ, ਉਹ ਜਿਹੇ ਨਾਮ ਰੱਖ ਦਿੱਤੇ। ਕਿਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। हे ਪ੍ਰਭੂ, ਤੇਰਾ ਪੁਰਾਣੇ ਤੋਂ ਪੁਰਾਣਾ ਜੇ ਕੋਈ ਨਾਮ ਹੈ, ਉਹ ਹੈ ਸਤ, ਸਦੀਵੀ। ਇਹ ਪ੍ਰਭੂ ਦਾ ਮੂਲ ਗੁਣ ਹੈ, ਸੱਚ। ਹੁਣ ਜਿੰਨੇ ਰੱਬ ਵਰਗਾ ਹੋਣਾ ਹੈ, ਉਹਦੇ ਚ ਰੱਬ ਦਾ ਮੂਲ ਗੁਣ ਤੇ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਅੰਦਰ ਵੀ ਸੱਚ ਹੋਣਾ ਜ਼ਰੂਰੀ ਹੈ। ਜਿਹਨੇ ਸੱਚ ਨਾਲ ਜੁੜਨਾ ਹੈ, ਉਹਦੇ ਅੰਦਰ ਸੱਚ ਹੋਣਾ ਜ਼ਰੂਰੀ ਹੈ। ਇਸ ਕਰਕੇ ਸੱਚ ਮੂਲ ਗੁਣ ਹੈ। ਜੇ ਜ਼ਿੰਦਗੀ ਵਿੱਚ ਸੱਚ ਨਹੀਂ ਹੈ ਤੇ ਬਾਕੀ ਦੇ ਗੁਣ ਦਿਖਾਵਾ ਬਣ ਜਾਣਗੇ। ਕੋਈ ਗੁਰਬਾਣੀ ਦਾ ਸੱਜਣ ਪਾਠ ਤੇ ਕਰ ਰਿਹਾ ਹੈ, ਔਰ ਕਿੰਨੀਆਂ ਬਾਣੀਆਂ ਦੇ ਪਾਠ ਕਰ ਜਾਂਦਾ ਹੈ, ਪਰ ਅੰਦਰ ਝੂਠ ਨਾਲ ਭਰਿਆ ਹੋਇਆ ਹੈ, ਅੰਦਰ ਧੋਖਾ ਹੈ, ਅੰਦਰ ਛਲ ਕਪਟ ਹੈ। ਇਹਦਾ ਮਤਲਬ ਬਾਹਰ ਦੀਆਂ ਉਹਦੀਆਂ ਬਾਣੀਆਂ ਦਿਖਾਵਾ ਹੋ ਜਾਣਗੀਆਂ। ਬਾਹਰੋਂ ਦਿਖਾਵਾ ਤੇ ਕਰ ਰਿਹਾ, ਮੈਂ ਬਹੁਤ ਵੱਡਾ ਧਰਮੀ ਹਾਂ, ਅੰਦਰ ਝੂਠ ਨਾਲ ਭਰਿਆ ਹੈ, ਧੋਖੇ ਨਾਲ ਭਰਿਆ ਹੈ। ਬਾਹਰ ਦੀ ਬਾਣੀ ਉਹਦੇ ਲਈ ਦੁਨੀਆ ਵਾਸਤੇ ਦਿਖਾਵਾ ਬਣ ਜਾਏਗੀ। ਬਾਹਰੋਂ ਬੜੀ ਸੇਵਾ ਕੀਤੀ, ਪਰ ਅੰਦਰ ਝੂਠ ਨਾਲ ਭਰਿਆ ਹੈ, ਅੰਦਰ ਧੋਖਾ ਹੈ ਇਹਦੇ। ਫਿਰ ਬਾਹਰ ਦੀ ਸੇਵਾ ਕੇਵਲ ਦਿਖਾਵਾ ਹੋ ਜਾਏਗੀ, ਮੈਂ ਕੁਝ ਕਰ ਰਿਹਾ, ਮੈਂ ਧਰਮੀ ਹਾਂ। ਧਰਮੀ ਹੈ ਨਹੀਂ ਹੈ। ਯਾਦ ਰੱਖਿਓ, ਗੁਣ ਹਜ਼ਾਰ ਹੋਣ, ਪਰ ਉਹਨਾਂ ਗੁਣਾਂ ਵਿੱਚ ਜੇ ਸੱਚ ਨਾ ਹੋਵੇ, ਉਹ ਸਾਰੇ ਗੁਣ ਵਿਅਰਥ ਹੋ ਜਾਂਦੇ ਨੇ। ਮੰਨ ਲਓ ਕੋਈ ਬਰਾਤ, ਜਿਹਦੇ ਵਿੱਚ ਹਜ਼ਾਰਾਂ ਬਰਾਤੀ ਹੋਣ, ਪਰ ਲਾੜਾ ਨਾ ਹੋਵੇ। ਕੋਈ ਬਰਾਤ ਚਲੀ ਗਈ, ਕਿਸੇ ਪਿੰਡ ਦੇ ਬਾਹਰ ਪਹੁੰਚੀ, ਬੈਂਡ ਬਾਜੇ ਵੱਜ ਰਹੇ ਨੇ, ਬਰਾਤੀ ਭੰਗੜੇ ਪਾ ਰਹੇ ਨੇ, ਪਿੰਡ ਦੇ ਸਿਆਣੇ ਬਜ਼ੁਰਗ ਆਪਸ 'ਚ ਗੱਲਾਂ ਕਰਦੇ ਨੇ ਕਿ ਸਾਡੇ ਪਿੰਡ ਵਿੱਚ ਕਿਹਦੀ ਧੀ ਦਾ ਵਿਆਹ ਹੈ, ਸਾਨੂੰ ਪਤਾ ਨਹੀਂ, ਇਹਨਾਂ ਨੂੰ ਜਾ ਕੇ ਪੁੱਛ ਲੈਂਦੇ ਹਾਂ। ਉਹਨਾਂ ਬਰਾਤੀਆਂ ਨੂੰ ਪੁੱਛਿਆ, ਜੀ ਤੁਸੀਂ ਕੌਣ? ਉਹ ਬਰਾਤੀ ਕਹਿਣ ਲੱਗੇ, ਅਸੀਂ ਬਰਾਤੀ, ਦੇਖੋ ਬੈਂਡ ਬਾਜੇ ਵੱਜ ਰਹੇ ਨੇ, ਅਸੀਂ ਭੰਗੜੇ ਪਾ ਰਹੇ ਹਾਂ, ਅਸੀਂ ਬਰਾਤੀ ਹਾਂ। ਉਹ ਸਿਆਣੇ ਬਜ਼ੁਰਗ ਕਹਿਣ ਲੱਗੇ, ਉਹ ਤੇ ਠੀਕ ਹੈ, ਤੁਸੀਂ ਬਰਾਤੀ ਹੋ, ਪਰ ਲਾੜਾ ਕਿੱਥੇ ਹੈ? ਉਹ ਕਹਿਣ ਲੱਗੇ, ਲਾੜਾ ਤੇ ਹੈ ਨਹੀਂ, ਦੁल्हा ਤੇ ਹੈ ਨਹੀਂ। ਹੁਣ ਇਹ ਮਾਰ ਖਾਣ ਵਾਲੀ ਗੱਲ ਹੈ ਨਾ। ਕਿਸੇ ਪਿੰਡ ਵਿੱਚ ਬਿਨਾਂ ਲਾੜੇ ਤੋਂ ਬਰਾਤ ਚਲੀ ਜਾਏ ਤੇ ਪਿੰਡ ਦੀ ਨਮੋਸ਼ੀ, ਸ਼ਰਮਿੰਦਗੀ ਹੈ, ਬੇਇੱਜ਼ਤੀ ਹੈ, ਇੱਜ਼ਤ ਦਾ ਸਵਾਲ ਹੈ। ਹੁਣ ਬਰਾਤ ਹੋਵੇ ਹਜ਼ਾਰ ਬੰਦਿਆਂ ਦੀ, ਪਰ ਲਾੜਾ ਨਾ ਹੋਵੇ, ਉਹ ਬਰਾਤ ਕਿਸੇ ਅਰਥ ਨਹੀਂ। ਪਰ ਜੇ ਲਾੜਾ ਹੋਵੇ, ਦੁल्हा ਹੋਵੇ, ਬਰਾਤੀ ਚਾਰ ਵੀ ਚੱਲ ਜਾਂਦੇ ਨੇ। ਬਾਹਰੋਂ ਹਜ਼ਾਰ ਬਾਣੀਆਂ ਦੇ ਪਾਠ ਤੇ ਕਰ ਰਹੇ, ਪਰ ਅੰਦਰ ਲਾੜਾ ਨਹੀਂ ਹੈ, ਸੱਚ। ਅੰਦਰ ਝੂਠ ਹੈ, ਧੋਖਾ ਹੈ। ਇਹਦਾ ਮਤਲਬ ਬਾਹਰੋਂ ਦਿਖਾਵਾ ਕਰ ਰਿਹਾ ਹੈ, ਬਾਹਰੋਂ ਸੇਵਾ ਤੇ ਬਹੁਤ ਕਰ ਰਿਹਾ, ਅੰਦਰ ਝੂਠ ਹੈ, ਅੰਦਰ ਛਲ ਕਪਟ ਹੈ। ਇਹਦਾ ਮਤਲਬ ਦਿਖਾਵਾ ਕਰ ਰਿਹਾ ਹੈ, ਵਿਅਰਥ ਹੈ। ਪਰ ਜੇ ਅੰਦਰ ਸੱਚ ਹੋਵੇ, ਬਾਹਰੋਂ ਚਾਰ ਬਾਣੀਆਂ ਘੱਟ ਵੀ ਪੜ੍ਹ ਲਏਗਾ, ਪ੍ਰਵਾਨ ਹੋ ਜਾਣਗੀਆਂ। ਘੱਟੋ ਘੱਟ ਦਿਖਾਵਾ ਨਹੀਂ ਹੈ, ਅੰਦਰ ਸੱਚ ਹੈ, ਜ਼ਬਾਨ ਦੀ ਬਾਣੀ ਪੜ੍ਹ ਰਿਹਾ, ਪ੍ਰਵਾਨ ਹੈ। ਜੇ ਅੰਦਰ ਸੱਚ ਹੈ, ਬਾਹਰੋਂ ਚਾਰ ਭਾਂਡੇ ਘੱਟ ਵੀ ਸਾਫ਼ ਕਰ ਲਏਗਾ ਤੇ ਚੱਲ ਜਾਣਗੇ, ਉਹ ਦਿਖਾਵਾ ਨਹੀਂ ਕਰ ਰਿਹਾ, ਅੰਦਰ ਸੱਚ ਹੈ, ਬਾਹਰੋਂ ਸੇਵਾ ਕਰ ਰਿਹਾ ਹੈ। ਜਿੰਨੇ ਵੀ ਗੁਣ ਨੇ ਉਹ ਬਰਾਤੀ ਹਨ, ਪਰ ਸੱਚ ਲਾੜਾ ਹੈ।
ਗੁਣ ਜੰਝ ਲਾੜੇ ਨਾਲ ਸੋ ਹੈ, ਪਰਖ ਮੋਹਣੀਆਂ ਲਿਆ। ਗੁਰੂ ਜੀ ਦੇ ਬਚਨ ਨੇ ਕਿ ਗੁਣਾਂ ਦੀ ਬਰਾਤ ਲਾੜੇ ਨਾਲ ਸ਼ੋਭਦੀ ਹੈ। ਗੁਣ ਜੰਝ ਲਾੜੇ ਨਾਲ ਸੋ ਹੈ, ਪਰਖ ਮੋਹਣੀਆਂ ਲਿਆ। ਗੁਣਾਂ ਦੀ ਬਰਾਤ ਹੋਵੇ ਪਰ ਲਾੜਾ ਨਾ ਹੋਵੇ, ਉਹ ਬਰਾਤ ਕਿਸੇ ਅਰਥ ਨਹੀਂ। ਪਰ ਜੇ ਲਾੜਾ ਹੋਵੇ, ਬਰਾਤੀ ਚਾਰ ਵੀ ਚੱਲ ਜਾਂਦੇ ਨੇ। ਲਾੜਾ ਹੈ ਸੱਚ। ਜੇ ਅੰਦਰ ਸੱਚ ਹੈ, ਬਾਹਰੋਂ ਘੱਟ ਬਾਣੀਆਂ ਵੀ ਪੜ੍ਹ ਲਏਗਾ, ਘੱਟ ਸੇਵਾ ਵੀ ਕਰ ਲਏਗਾ, ਉਹ ਦਿਖਾਵੇ ਦੀਆਂ ਨਹੀਂ ਹੋਣਗੀਆਂ, ਸੱਚੀਆਂ ਹੋਣਗੀਆਂ। ਅੰਦਰੋਂ ਬਾਹਰੋਂ ਸੱਚ ਹੈ, ਫਿਰ ਪ੍ਰਵਾਨ ਹੋਏਗਾ। ਸੱਚ ਮੂਲ ਹੈ, ਸੱਚੋਂ ਉਰੇ ਸਭ ਕੋ, ऊपर सच आचार। हर चीज सच तो उरे है, सब तो ऊपर है सच आचार। जिन्हें प्रभु नूं हिरदे चों प्रगट करना है, ਉਹਦੀ ਜ਼ਿੰਦਗੀ 'ਚ ਪ੍ਰਭੂ ਦਾ ਮੂਲ ਗੁਣ ਸੱਚ ਦਾ ਹੋਣਾ ਬਹੁਤ ਜ਼ਰੂਰੀ ਹੈ। ਸੱਚ ਦੇ ਬੇਸ ਤੇ ਹੀ ਇਹ ਗੁਣ ਜਿਹੜੇ ਪ੍ਰਗਟ ਹੋਣਗੇ ਜੀਵਨ ਦੇ ਵਿੱਚੋਂ, ਇਹ ਗੁਣ ਪ੍ਰਵਾਨ ਹੋ ਜਾਣਗੇ। ਬਾਣੀ ਪੜੀ ਪ੍ਰਵਾਨ ਹੋ ਜਾਏਗੀ, ਸੇਵਾ ਕੀਤੀ ਪ੍ਰਵਾਨ ਹੋ ਜਾਏਗੀ, ਅੰਦਰ ਸੱਚ ਹੋਵੇ। ਇਸ ਤੋਂ ਅੱਗੇ ਪਹਿਲੀ ਪੌੜੀ ਹੈ ਜਪਜੀ ਸਾਹਿਬ ਜੀ ਦੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚਿਆ ਮੈਨੇ ਸੋਚ ਇਸ਼ਨਾਨ ਕਰਨ ਦੇ ਨਾਲ, ਸੋਚ ਨਾ ਹੋਵੀ ਮੈਨੇ ਸੁਚਤਾ ਨਹੀਂ ਆਏਗੀ, ਆਤਮਿਕ ਪਵਿੱਤਰਤਾ ਨਹੀਂ ਆਏਗੀ। ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰ ਵੀ ਸੋਚ ਇਸ਼ਨਾਨ ਕਰੇ, ਭਾਵ ਬਾਹਰ ਦੇ ਤੀਰਥ ਤੇ ਇਸ਼ਨਾਨ ਕੀਤਿਆਂ ਅੰਦਰੋਂ ਪਵਿੱਤਰਤਾ ਨਹੀਂ ਆ ਸਕਦੀ। ਦਿਨ ਰਾਤ ਕੋਈ ਬਾਹਰੋਂ ਤੀਰਥਾਂ ਤੇ ਨਹਾਈ ਜਾਏ, ਉਹਦਾ ਮਨ ਸੁੱਚਾ ਨਹੀਂ ਹੋ ਸਕਦਾ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਭਾਰਤ ਇਸ਼ਨਾਨ ਪ੍ਰਧਾਨ ਦੇਸ਼ ਹੈ। ਇੱਥੇ ਲੱਖਾਂ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ। ਰਾਜਨੀਤਿਕ ਲੋਕ ਇਸ਼ਨਾਨ ਕਰ ਰਹੇ ਨੇ ਤੀਰਥਾਂ ਤੇ। ਲੱਖਾਂ ਰੁਪਏ ਦੇ ਉਹ ਸੂਟ ਪਾਉਂਦੇ ਨੇ, ਕੀਮਤੀ ਚਸ਼ਮੇ ਪਾਉਂਦੇ ਨੇ, ਕੀਮਤੀ ਘੜੀਆਂ ਪਾਉਂਦੇ ਨੇ, ਇਸ਼ਨਾਨ ਤੇ ਬਹੁਤ ਕਰਦੇ ਨੇ, ਪਰ ਅੰਦਰੋਂ ਪਵਿੱਤਰਤਾ ਨਹੀਂ ਆਈ। ਅਜੇ ਵੀ ਰਿਸ਼ਵਤ ਲੈ ਰਹੇ ਨੇ, ਅਜੇ ਵੀ ਕਰਪਟ ਨੇ, ਅਜੇ ਵੀ ਆਪਣੀ ਪ੍ਰਜਾ ਨੂੰ ਠੱਗ ਰਹੇ ਨੇ, ਲੁੱਟ ਰਹੇ ਨੇ ਦੋਨੇ ਹੱਥੀਂ। ਸਮਾਜਿਕ ਤੌਰ ਤੇ ਬਾਹਰ ਲੋਕ ਇਸ਼ਨਾਨ ਕਰ ਰਹੇ ਨੇ, ਪਰ ਅੰਦਰੋਂ ਜਾਤੀਵਾਦ ਦੀ ਬਦਬੂ ਖਤਮ ਨਹੀਂ ਹੋਈ। ਇਹ ਊਚ, ਇਹ ਨੀਚ, ਜਾਤੀਵਾਦ ਦੀ ਦੁਰਗੰਧ ਅੰਦਰੋਂ ਆ ਰਹੀ ਹੈ। ਆਰਥਿਕ ਤੌਰ ਤੇ ਲੋਕ ਇਸ਼ਨਾਨ ਤੇ ਕਰ ਰਹੇ ਨੇ ਤੀਰਥਾਂ ਦੇ ਉੱਪਰ, ਪਰ ਨਕਲੀ ਸਬਜ਼ੀਆਂ ਵੇਚ ਰਹੇ ਨੇ, ਕੈਮੀਕਲ ਵਾਲੀਆਂ ਸਬਜ਼ੀਆਂ, ਫਰੂਟ ਆਦਿਕ ਵੇਚ ਰਹੇ ਨੇ, ਸਿੰਥੈਟਿਕ ਪਨੀਰ ਵੇਚ ਰਹੇ ਨੇ, ਨਕਲੀ ਦਵਾਈਆਂ ਵੇਚ ਰਹੇ ਨੇ। ਕਿੱਥੇ ਹੈ? ਬਾਹਰੋਂ ਤੇ ਇਸ਼ਨਾਨ ਬਹੁਤ ਕੀਤਾ, ਅੰਦਰੋਂ ਸੁਚਮ ਨਹੀਂ ਆਈ। ਅੰਦਰੋਂ ਉਸੇ ਤਰ੍ਹਾਂ ਦੁਰਗੰਧੀ ਹੈ ਲਾਲਚ ਦੀ, ਤ੍ਰਿਸ਼ਨਾ ਦੀ। ਐਸੀ ਬਦਬੂ ਹੈ ਅੰਦਰ ਲਾਲਚ ਦੀ ਕਿ ਦੁਨੀਆ ਨੂੰ ਜ਼ਹਿਰ ਵੇਚ ਰਹੇ ਨੇ, ਕੈਮੀਕਲ ਵਾਲੀਆਂ ਜ਼ਹਿਰੀਲੀਆਂ ਚੀਜ਼ਾਂ ਵੇਚ ਰਹੇ ਨੇ, ਦੁਨੀਆ ਦਾ ਹੱਕ ਮਾਰ ਰਹੇ ਨੇ। ਅਜੇ ਤੱਕ ਅੰਦਰੋਂ ਪਵਿੱਤਰਤਾ ਨਹੀਂ ਆਈ। ਉਹ ਬਦਬੂ ਲਾਲਚ ਦੀ, ਤ੍ਰਿਸ਼ਨਾ ਦੀ ਚੱਲ ਰਹੀ ਹੈ। ਪਰਿਵਾਰਕ ਤੌਰ ਤੇ ਲੋਕਾਂ ਨੇ ਬੜੇ ਸੋਹਣੇ ਕੱਪੜੇ ਪਾਏ ਹੁੰਦੇ ਨੇ, ਉੱਪਰੋਂ ਪਰਫਿਊਮ ਵੀ ਲਗਾਏ ਹੁੰਦੇ ਨੇ, ਬਾਹਰੋਂ ਤੇ ਬੜੀ ਫ੍ਰੈਗਰੈਂਸ, ਬੜੀ ਸੁਗੰਧ ਆਉਂਦੀ ਹੈ, ਪਰ ਅੰਦਰੋਂ ਈਰਖਾ ਦੀ ਬਦਬੂ ਭਰੀ ਪਈ ਹੈ। ਦੂਜੇ ਪ੍ਰਤੀ ਨਫ਼ਰਤ ਦੀ ਦੁਰਗੰਧ ਨਿਕਲ ਰਹੀ ਹੈ। ਹਰ ਕੋਈ ਕਿਸੇ ਦੂਸਰੇ ਦੀ ਨਿੰਦਿਆ ਚੁਗਲੀ ਕਰ ਰਿਹਾ ਹੈ, ਦੂਸਰੇ ਨੂੰ ਨੀਵਾਂ ਦਿਖਾ ਰਿਹਾ ਹੈ, ਦੂਸਰੇ ਨੂੰ ਬੇਇੱਜ਼ਤ ਕਰ ਰਿਹਾ ਹੈ। ਲੋਕ ਇਸ਼ਨਾਨ ਤੇ ਕਰ ਰਹੇ ਨੇ, ਪਰ ਅੰਦਰੋਂ ਸੁਚਤਾ ਨਹੀਂ ਆਈ। ਧਾਰਮਿਕ ਤੌਰ ਤੇ ਲੋਕ ਇੱਕ ਦੂਜੇ ਨਾਲ ਲੜ ਰਹੇ ਨੇ, ਦੰਗੇ ਫਸਾਦ ਹੋ ਰਹੇ ਨੇ। ਇੱਕ ਪੰਥ ਦੂਜੇ ਪੰਥ ਨੂੰ ਨੀਵਾਂ ਦਿਖਾ ਰਿਹਾ ਹੈ, ਇੱਕ ਸੰਸਥਾ ਦੂਜੀ ਸੰਸਥਾ ਨੂੰ ਨੀਵਾਂ ਦਿਖਾ ਰਹੀ ਹੈ। ਅੰਦਰੋਂ ਈਰਖਾ ਦੀ, ਨਫ਼ਰਤ ਦੀ ਦੁਰਗੰਧ ਸਾਫ਼ ਨਜ਼ਰ ਆ ਰਹੀ ਹੈ। ਇਹਦਾ ਮਤਲਬ ਬਾਹਰ ਦੇ ਇਸ਼ਨਾਨਾਂ ਦੇ ਨਾਲ ਅੰਦਰ ਦੀ ਸੁਚਤਾ ਨਹੀਂ ਆਉਂਦੀ। ਇਸੇ ਕਰਕੇ ਗੁਰੂ ਜੀ ਨੇ ਮਹਾਨ ਇੱਕ ਕਾਰਜ ਕੀਤਾ, ਸਰੋਵਰ ਬਣਾਏ। ਸਰੋਵਰ ਬਣਾਉਣ ਦਾ ਮਕਸਦ ਇਹ ਸੀ, ਸਿੱਖਾ ਸਰੋਵਰ 'ਚ ਇਸ਼ਨਾਨ ਕਰੇਗਾ, ਤੇਰੀ ਜਾਤੀਵਾਦੀ ਮੈਲ ਉਤਰ ਜਾਏਗੀ। ਊਚ, ਇਹ ਨੀਚ ਨਹੀਂ। ਇਸ ਸਰੋਵਰ ਵਿੱਚ ਖੱਤਰੀ, ਬ੍ਰਾਹਮਣ, ਸ਼ੂਦ, ਵੈਸ ਸਾਰੇ ਰਲ ਕੇ ਇਸ਼ਨਾਨ ਕਰਨ। ਘੱਟੋ ਘੱਟ ਜਾਤ ਪਾਤ ਦੀ ਦੁਰਗੰਧ ਖਤਮ ਹੋ ਜਾਏ, ਸੋਚ ਇੱਕ ਹੋ ਜਾਏ। ਪਰ ਬਾਹਰੋਂ ਜੇ ਲੱਖਾਂ ਵਾਰ ਵੀ ਕੋਈ ਤੀਰਥਾਂ ਤੇ ਇਸ਼ਨਾਨ ਕਰੇ, ਅੰਦਰ ਦੀ ਸੁਚਤਾ ਕਦੀ ਆਉਂਦੀ ਨਹੀਂ ਹੈ। ਜਿਹਨੂੰ ਗੁਰੂ ਜੀ ਨੇ ਕਿਹਾ ਸੀ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਾਤਿਆਂ ਦੋਏ ਪਾਚੜੀ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ ਨਿਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ।
ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਬਾਹਰ ਦੇ ਤੀਰਥਾਂ ਤੇ ਇਸ਼ਨਾਨ ਕੀਤਿਆਂ ਮਨ ਦੀ ਸੁਚਤਾ ਨਹੀਂ ਹੁੰਦੀ, ਤੇ ਜੇ ਮਨ ਮੈਲਾ ਹੈ ਤੇ ਬਾਹਰ ਦੀਆਂ ਸਾਰੀਆਂ ਸਫਾਈਆਂ, ਬਾਹਰ ਦੀਆਂ ਸਾਰੇ ਤੀਰਥਾਂ ਦੇ ਇਸ਼ਨਾਨ ਉਹ ਵਿਅਰਥ ਹੋ ਜਾਂਦੇ ਨੇ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹਛਾਨਾ ਹੋਏ। ਦੋ ਚੀਜ਼ਾਂ ਨੇ, ਇੱਕ ਹੁੰਦਾ ਸੁੱਚ, ਇੱਕ ਹੁੰਦੀ ਸਫਾਈ। ਸਫਾਈ ਦਾ ਸਾਰਾ ਸੰਬੰਧ ਬਾਹਰ ਦੇ ਨਾਲ ਹੈ। ਬਾਹਰੋਂ ਸਫਾਈ ਰੱਖੀ ਜਾ ਸਕਦੀ ਹੈ। ਸਿੱਖ ਨੇ ਰੋਜ਼ ਇਸ਼ਨਾਨ ਕਰਨਾ ਹੈ, ਹਾਈਜੀਨਿਕਲੀ ਸਫਾਈ ਰੱਖਣੀ ਘਰ ਬਾਰ ਦੀ, ਹਰ ਚੀਜ਼ ਦੀ। ਪਰ ਸੁੱਚ ਦਾ ਸੰਬੰਧ ਅੰਦਰ ਨਾਲ ਹੈ। ਸੁੱਚ ਨੇ, ਪਵਿੱਤਰਤਾ ਨੇ ਜਦੋਂ ਆਉਣਾ ਅੰਦਰੋਂ ਆਉਣਾ, ਬਾਹਰੋਂ ਨਹੀਂ ਆਉਣਾ। ਇਸ ਗੁਰਬਾਣੀ ਦੀ ਵਿਚਾਰਧਾਰਾ ਨੇ ਇੱਕ ਬੜੀ ਗੱਲ ਸਪਸ਼ਟ ਕਰ ਦਿੱਤੀ। ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਜਿਹੜੇ ਸੱਚ ਦੀ ਵਿਚਾਰ ਨਾਲ ਜੁੜ ਗਏ ਹੈ ਕਬੀਰ, ਉਹ ਸੁੱਚੇ ਹਨ। ਨਹਾਉਣ ਵਾਲੇ ਨਹੀਂ, ਨਹਾਉਣ ਵਾਲੇ ਤੇ ਅਨੇਕਾਂ ਨੇ, ਪਰ ਸਰੀਰ ਦੇ ਇਸ਼ਨਾਨ ਦੇ ਨਾਲ ਸੁੱਚਤਾ ਨਹੀਂ ਆਉਂਦੀ। ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਈ। ਜਿਨ੍ਹਾਂ ਦੇ ਮਨਾਂ 'ਚ ਪ੍ਰਭੂ ਵਸਦਾ, ਸੁੱਚੇ ਤੇ ਉਹ ਨੇ। ਇਸ ਕਰਕੇ ਬਾਹਰ ਦੇ ਤੀਰਥਾਂ ਦੇ ਇਸ਼ਨਾਨ ਦੇ ਨਾਲ ਮਨੁੱਖ ਸਚਿਆਰ ਨਹੀਂ ਬਣ ਸਕਦਾ, ਉਹਦੇ ਅੰਦਰੋਂ ਪਵਿੱਤਰਤਾ ਨਹੀਂ ਆ ਸਕਦੀ। ਕੁਝ ਲੋਕਾਂ ਨੇ ਹੋਰ ਸਾਧਨ ਵਰਤਿਆ, ਅਸੀਂ ਸੁੱਚੇ ਹੋ ਜਾਈਏ। ਉਹ ਦੂਜਾ ਸਾਧਨ ਕੀ ਸੀ? ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਦੂਜਾ ਸਾਧਨ ਵਰਤਿਆ, ਚੁੱਪ ਕਰਕੇ ਬੈਠ ਗਏ, ਮੁੰਨੀ ਬਾਬਾ ਹੋ ਗਏ। ਗੁਰੂ ਜੀ ਨੇ ਪੁੱਛ ਲਿਆ ਚੇਲਿਆਂ ਨੂੰ, ਤੁਹਾਡੇ ਬਾਬਾ ਜੀ ਬੋਲਦੇ ਕਿਉਂ ਨਹੀਂ? ਕਹਿਣ ਲੱਗੇ ਤਾਂ ਨਹੀਂ ਬੋਲਦੇ, ਮੁੰਨੀ ਨੇ ਜੇ ਬੋਲਣਗੇ ਝੂਠ ਨਿਕਲੇਗਾ, ਨਿੰਦਿਆ ਚੁਗਲੀ ਨਿਕਲੇਗੀ, ਇਹਦੇ ਨਾਲ ਚੰਗਾ ਚੁੱਪ ਹੀ ਕਰ ਜਾਓ। ਗੁਰੂ ਜੀ ਕਹਿਣ ਲੱਗੇ ਸਿਆਣਪ ਇਹਦੇ 'ਚ ਥੋੜੀ ਸੀ, ਵੀ ਬੋਲੇ ਹੀ ਨਾ। ਮੰਨਿਆ ਹੁਣ ਝੂਠ ਨਹੀਂ ਬੋਲਦੇ, ਸੱਚ ਵੀ ਤੇ ਨਹੀਂ ਨਾ ਬੋਲਦੇ, ਨਿੰਦਿਆ ਚੁਗਲੀ ਨਹੀਂ ਕਰਦੇ, ਹੁਣ ਸਿਫਤ ਵੀ ਨਹੀਂ ਨਾ ਕਰ ਰਹੇ। ਸਿਆਣਪ ਇਹਦੇ 'ਚ ਥੋੜੀ ਸੀ, ਬੋਲੇ ਹੀ ਨਾ। ਸਿਆਣਪ ਤੇ ਇਹਦੇ ਵਿੱਚ ਸੀ, ਜੇ ਬੋਲਣਾ ਹੋਵੇ ਤੇ ਕੀ ਬੋਲੀਏ। ਰੱਬ ਨੇ ਜ਼ੁਬਾਨ ਦਿੱਤੀ ਹੈ। ਐਸੇ ਵੀ ਮੈਂ ਮੋਨੀ ਸਾਹਿਬ ਦੇਖੇ ਨੇ, ਥਾਲ ਦੇ ਵਿੱਚ ਕੋਲੀਆਂ ਖੜਕਾ ਖੜਕਾ ਕੇ ਪੂਰੇ ਡੇਰੇ ਨੂੰ ਦੱਸ ਦੇਣਗੇ ਕਿ ਭੁੱਖ ਲੱਗੀ ਹੈ। ਕੋਲ ਬੈਠੇ ਸੇਵਾਦਾਰ ਨੂੰ ਨਹੀਂ ਕਹਿਣਾ ਵੀ ਪ੍ਰਸ਼ਾਦਾ ਲਿਆਓ। ਗਲਾਸ 'ਚ ਚਮਚੇ ਪਾ ਕੇ ਖੜਕਾ ਖੜਕਾ ਕੇ ਪੂਰੇ ਆਸ਼ਰਮ ਨੂੰ ਦੱਸ ਦੇਣਾ ਵੀ ਬਾਬੇ ਨੂੰ ਪਿਆਸ ਲੱਗੀ ਹੈ। ਕਹਿਣਾ ਨਹੀਂ ਵੀ ਪਾਣੀ ਲਿਆ ਦਿਓ। ਬੋਲਣਾ ਕਿਉਂ ਨਹੀਂ? ਝੂਠ ਨਾ ਨਿਕਲ ਜਾਏ, ਨਿੰਦਾ ਨਾ ਨਿਕਲ ਜਾਏ। ਗੁਰੂ ਜੀ ਆਖਦੇ ਨੇ ਸੱਚ ਵੀ ਤੇ ਨਹੀਂ ਨਾ ਬੋਲ ਰਹੇ, ਬੋਲਣ ਦਾ ਦਰਵਾਜ਼ਾ ਹੀ ਬੰਦ ਕਰ ਲਿਆ। ਸਿਆਣਪ ਤੇ ਇਹਦੇ ਵਿੱਚ ਸੀ ਕਿ ਬਾਬਾ ਬੋਲਣਾ ਕਿਆ ਕਹੀਏ, ਜੇ ਬੋਲਣਾ ਹੋਵੇ ਤੇ ਕਿਹੋ ਜਿਹੇ ਬੋਲ ਬੋਲੀਏ, ਕਿਹਦੇ ਨਾਲ ਗੱਲ ਕਰੀਏ। ਉਹ ਕਹਿਣ ਲੱਗੇ ਇਸ ਤਰ੍ਹਾਂ ਹੋ ਸਕਦਾ ਹੈ? ਕਹਿਣ ਲੱਗੇ ਹਾਂ, ਧਰਮੀ ਬੰਦਾ ਮਿਲੇ ਬੋਲ ਕੇ ਵਿਚਾਰ ਕਰ ਲੋ, ਮੂਰਖ ਟੱਕਰ ਜਾਏ ਚੁੱਪ ਕਰ ਜਾਓ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਟ ਕਰ ਰਹੀ ਹੈ। ਗੁਰੂ ਸਾਹਿਬ ਨੇ ਬੋਲਣ ਦੀ ਜਾਂਚ ਸਿਖਾਈ ਵੀ ਬੋਲਣਾ ਹੋਵੇ ਤੇ ਕੀ ਬੋਲਣਾ ਹੈ। ਚੁੱਪੈ ਚੁੱਪ ਨਾ ਹੋਵੇ, ਜੇ ਕੋਈ ਚੁੱਪ ਕਰਕੇ ਬਹਿ ਜਾਏ ਸਮਾਧੀ ਲਾ ਲਏ। ਜੇ ਲਾਏ ਰਹਾ ਲਿਵਤਾਰ, ਲਿਵਤਾਰ ਮੈਨੇ ਇੱਕ ਰਸ ਸਮਾਧੀ ਲਾ ਲਈ, ਚੁੱਪ ਕਰਕੇ ਬਹਿ ਜਾਏ ਤੇ ਉਹਦੇ ਨਾਲ ਕੀ ਹੋਏਗਾ? ਚੁੱਪ ਕਰਨ ਦੇ ਨਾਲ ਕੀ ਲਾਭ ਹੋਏਗਾ? ਅੱਖਾਂ ਮੀਟ ਕੇ ਸਮਾਧੀਆਂ ਲਾਉਣ ਨਾਲ ਕੀ ਹੋਏਗਾ? ਅੱਖਾਂ ਮੀਟ ਲੀਆਂ, ਸਮਾਧੀਆਂ ਲਾ ਲੀਆਂ, ਇੱਕ ਰਸ ਮਨ ਤੇ ਬੋਲ ਹੀ ਰਿਹਾ ਹੈ, ਮਨ ਦੀ ਕਲਪਨਾ ਤੇ ਚੱਲ ਹੀ ਰਹੀ ਹੈ, ਉਹ ਤੇ ਚੁੱਪ ਨਹੀਂ ਕਰ ਰਿਹਾ। ਔਰ ਯਾਦ ਰੱਖਿਓ, ਮਨ ਵਿੱਚ ਔਸਤਨ ਇੱਕ ਦਿਨ ਦੇ ਵਿੱਚ 60,000 ਵਿਚਾਰ ਆਉਂਦੇ ਨੇ। ਹਰ ਪਲ ਵਿਚਾਰ ਆਈ ਜਾਂਦੇ ਨੇ, ਆਈ ਜਾਂਦੇ ਨੇ। ਤੇ ਜੇ ਕੋਈ ਮਨ ਦੇ ਵਿਚਾਰ ਰੁਕਣਾ ਚਾਹੇ ਤੇ ਰੁਕ ਨਹੀਂ ਸਕਦੇ। ਜਿਹੜੇ ਆਖਦੇ ਨੇ ਅਸੀਂ ਉਨਮਨ ਦੀ ਅਵਸਥਾ ਵਿੱਚ ਆਉਣਾ ਜਿੱਥੇ ਕੋਈ ਵਿਚਾਰ ਨਹੀਂ। ਮੰਨ ਲਓ 1 ਸੈਕਿੰਡ ਦੇ ਲਈ ਉਹ ਅਵਸਥਾ ਆ ਗਈ, ਹੁਣ ਕੋਈ ਵਿਚਾਰ ਨਹੀਂ। ਇਹ ਵੀ ਤੇ ਆਪਣੇ ਆਪ 'ਚ ਇੱਕ ਵਿਚਾਰ ਹੈ ਨਾ, ਹੁਣ ਕੋਈ ਵਿਚਾਰ ਨਹੀਂ। ਵਿਚਾਰਾਂ ਨੂੰ ਰੋਕਣਾ ਨਹੀਂ ਸੀ, ਵਿਚਾਰਾਂ ਨੂੰ ਸ਼ੁਭ ਕਰਨਾ ਸੀ, ਚੰਗਾ ਬਣਾਉਣਾ ਸੀ। ਅੱਖਾਂ ਮੀਟ ਕੇ ਸਮਾਧੀਆਂ ਲਾ ਕੇ ਬੈਠ ਗਏ, ਕਿਉਂ ਜੀ? ਰੱਬ ਨੂੰ ਦੇਖਣਾ ਹੈ। ਹੁਣ ਕੋਈ ਬੰਦਾ ਕਵੇ ਕਿ ਤੇਰੇ ਪਿਤਾ ਜੀ ਕੋਲ ਬੈਠੇ ਨੇ, ਤੂੰ ਅੱਖਾਂ ਬੰਦ ਕਰ, ਆਪਣੇ ਪਿਤਾ ਜੀ ਨੂੰ ਦੇਖ। ਹੁਣ ਦੂਜਾ ਕੀ ਕਹੇਗਾ? ਜਾਂ ਤੇ ਤੂੰ ਮੂਰਖ ਹੈ ਜਾਂ ਮੈਂ ਮੂਰਖ ਹਾਂ। ਜੇ ਪਿਤਾ ਜੀ ਕੋਲ ਬੈਠੇ ਨੇ, ਅੱਖਾਂ ਕਿਉਂ ਬੰਦ ਕਰਾਂ? ਗੁਰੂ ਜੀ ਤੇ ਕਹਿ ਰਹੇ ਨੇ ਬਾਣੀ ਵਿੱਚ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਵਿੱਚ ਰੱਬ ਹੀ ਤੇ ਹੈ, ਦੇਖੋ ਤੇ ਸਹੀ, ਜਿਉਂ ਜਿਉਂ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਆ ਸਰਵਤਰ ਮੈਂ, ਮਨ ਸਦਾ ਧਿਆਈ। ਸਾਡੀਆਂ ਅੱਖਾਂ ਬੰਦ ਕਰਾਈਆਂ ਜਾ ਰਹੀਆਂ ਨੇ, ਉਹ ਤੇ ਖੋਲ ਕੇ ਨਜ਼ਰ ਆ ਹੀ ਰਿਹਾ ਹੈ। ਹਰ ਥਾਂ ਤੇ ਪ੍ਰਭੂ ਹੀ ਤੇ ਹੈ, ਉਹਦੇ ਤੋਂ ਬਿਨਾਂ ਕੌਣ ਹੈ? ਇਸ ਕਰਕੇ ਸਿੱਖ ਦੀ ਸਮਾਧੀ ਬੰਦ ਅੱਖਾਂ ਦੀ ਨਹੀਂ ਹੈ। ਅੱਖੀ ਤਾਂ ਮੀਟੇ ਨਾਕ ਪਕੜੈ ਠਗਣ ਕੋ ਸੰਸਾਰ। ਸਿੱਖ ਦੀ ਸਮਾਧੀ ਖੁੱਲੀਆਂ ਅੱਖਾਂ ਦੀ ਹੈ। ਉਹ ਅੱਖਾਂ ਖੋਲ ਕੇ ਸਾਰੇ ਜਗਤ ਵਿੱਚੋਂ ਰੱਬ ਦੇ ਦਰਸ਼ਨ ਕਰਦਾ ਹੈ।
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾ ਹੈ, ਉਹਦੇ ਤੋਂ ਬਿਨਾਂ ਕੌਣ। ਗੁਰੂ ਜੀ ਨੇ ਇਹ ਵੀ ਸਾਧਨ ਰੱਦ ਕਰ ਦਿੱਤਾ। ਅਗਲੇ ਬਚਨ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇੱਕ ਖਤਰਨਾਕ ਸਿਧਾਂਤ ਦੇ ਦਿੱਤਾ, ਜੇ ਮਨ ਨੂੰ ਰਜਾ ਲਿਆ ਜਾਵੇ ਨਾ, ਫਿਰ ਉਦੋਂ ਵਿਕਾਰ ਮੁੱਕ ਜਾਂਦੇ ਨੇ। ਇਹ ਸਿਧਾਂਤ ਇਸ ਤਰ੍ਹਾਂ ਸੀ, ਮਨ ਨੂੰ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਤੇ ਦੂਜੇ ਨੇ ਕਿਹਾ ਇਸ ਤਰ੍ਹਾਂ ਕਰ, ਹੋਰ ਬਾਲਣ ਸੁੱਟ, ਹੋਰ ਤੇਲ ਪਾ ਇਸ ਅੱਗ ਤੇ, ਜਦੋਂ ਅੱਗ ਬਾਲਣ ਖਾ ਖਾ ਕੇ ਰੱਜ ਜਾਏਗੀ, ਆਪੇ ਬੁਝ ਜਾਏਗੀ। ਕੁਝ ਲੋਕਾਂ ਨੇ ਕਿਹਾ ਕਿ ਮਨ ਨੂੰ ਰਜਾ ਲਓ ਵਿਕਾਰਾਂ ਵੱਲੋਂ, ਰੱਜ ਜਾਏਗਾ, ਸ਼ਾਂਤ ਹੋ ਜਾਏਗਾ। ਹੁਣ ਕਦੀ ਕੋਈ ਝੂਠ ਬੋਲ ਬੋਲ ਕੇ ਸੰਤ ਬਣਿਆ? ਕਿਸੇ ਨੇ ਕਿਹਾ ਵੀ ਫਲਾਣਾ ਬੰਦਾ ਬੜੀ ਬੇਈਮਾਨੀ ਕਰਦਾ ਸੀ, ਬੇਈਮਾਨੀ ਕਰ ਕਰਕੇ ਰੱਜ ਗਿਆ, ਹੁਣ ਬ੍ਰਹਮ ਗਿਆਨੀ ਹੋ ਗਿਆ। ਇੱਥੇ ਤੇ ਔਰੰਗਜ਼ੇਬ ਵਰਗੇ ਨਹੀਂ ਰੱਜੇ, ਹਿਟਲਰ ਵਰਗੇ ਆਏ ਉਹ ਨਹੀਂ ਰੱਜੇ, ਮੁਸੋਲਨੋ ਵਰਗੀ ਆਏ ਉਹ ਨਹੀਂ ਰੱਜੇ। ਕੌਣ ਰੱਜਿਆ? ਪੂਰੀ ਧਰਤੀ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਵਾਲਾ ਸਿਕੰਦਰ ਨਹੀਂ ਰੱਜਿਆ। ਇਸ ਤਰ੍ਹਾਂ ਕੋਈ ਰੱਜਦਾ ਨਹੀਂ ਹੈ। ਇਹ ਭੁੱਖ ਵੱਧਦੀ ਜਾਂਦੀ ਹੈ। ਜਿਸ ਦਿਨ ਜਗਤ ਤੇ ਜੀਵ ਆਇਆ, ਚੀਕ ਮਾਰੀ ਰੋਇਆ, ਪੁੱਛੋ ਕੀ ਚਾਹੀਦਾ? ਤੂੰ ਰੋ ਨਾ, ਤੂੰ ਧਨ ਦੌਲਤ ਲੈ, ਸੋਨਾ ਚਾਂਦੀ ਲੈ, ਤੂੰ ਰੋ ਨਾ। ਉਹ ਫਿਰ ਵੀ ਰੋਈ ਜਾਂਦਾ। ਕਿਉਂ? ਉਹ ਸੋਨੇ ਚਾਂਦੀ ਦੀ ਭੁੱਖ ਲੈ ਕੇ ਨਹੀਂ ਆਇਆ, ਉਹਨੂੰ ਪੀਣ ਲਈ ਸਿਰਫ ਦੁੱਧ ਚਾਹੀਦਾ ਹੈ। ਪੀਣ ਨੂੰ ਦੁੱਧ ਮਿਲ ਜਾਏ, ਪਹਿਲੇ ਪਿਆਰ ਲੱਗਾ ਥਣ ਦੁੱਧ, ਬਸ ਉਹਨੂੰ ਪੀਣ ਨੂੰ ਦੁੱਧ ਮਿਲ ਜਾਏ। ਦੂਜੇ ਮਾਏ ਬਾਪ ਕੀ ਸੁਧ, ਮਾਂ ਬਾਪ ਦੀ ਸੁਧ ਵੀ ਦੂਜੇ ਨੰਬਰ ਤੇ ਹੈ, ਪਹਿਲਾਂ ਪੀਣ ਨੂੰ ਦੁੱਧ ਚਾਹੀਦਾ ਹੈ। ਉਸ ਤੋਂ ਬਾਅਦ ਇੱਕ ਭੁੱਖ ਲੈ ਕੇ ਆਇਆ, ਪੀਣ ਨੂੰ ਦੁੱਧ ਮਿਲੇ, ਦੂਜੀ ਭੁੱਖ ਮਾਂ ਦੀ, ਤੀਜੀ ਭੁੱਖ ਪਿਤਾ ਦੀ, ਫਿਰ ਖੇਡ ਦੀ ਭੁੱਖ। ਭੁੱਖਾਂ ਵਧੀਆਂ ਗਈਆਂ। ਫਿਰ ਖਿਡੌਣੇ ਚਾਹੀਦੇ ਨੇ, ਖਿਡੌਣੇ ਦੀ ਕਾਰ ਚਾਹੀਦੀ ਹੈ, ਖਿਡੌਣੇ ਦਾ ਘਰ ਚਾਹੀਦਾ ਹੈ। ਭੁੱਖਾਂ ਵਧੀਆਂ ਗਈਆਂ। ਜਿਵੇਂ ਜਿਵੇਂ ਉਮਰ ਵੱਧਦੀ ਗਈ, ਹੁਣ ਖਿਡੌਣੇ ਦੀ ਕਾਰ ਨਾਲ ਨਹੀਂ ਸਰਦਾ, ਹੁਣ ਸੱਚਮੁੱਚ ਦੀ ਕਾਰ ਚਾਹੀਦੀ ਹੈ। ਖਿਡੌਣੇ ਦੇ ਘਰ ਨਾਲ ਨਹੀਂ ਸਰਦਾ, ਹੁਣ ਸੱਚਮੁੱਚ ਦੀ ਕੋਠੀ ਚਾਹੀਦੀ ਹੈ। ਇਹ ਭੁੱਖ ਵੱਧਦੀ ਗਈ, ਵੱਧਦੀ ਗਈ। 70 80 ਸਾਲ 100 ਸਾਲ ਦੀ ਉਮਰ ਭੋਗ ਲਈ। ਉਹਨੂੰ ਪੁੱਛੋ, ਹੁਣ ਤੇ ਦੁਨੀਆ 'ਚ ਬੜਾ ਕੁਝ ਇਕੱਠਾ ਕਰ ਲਿਆ, ਰੱਜ ਗਿਆ ਹੋਏਗਾ, ਹੁਣ ਅੱਖਾਂ ਦੀ ਤੈਨੂੰ ਕੀ ਲੋੜ ਹੈ? ਆਖਦਾ ਨਹੀਂ, ਸਰਜਰੀ ਕਰਾ ਦਿਓ, ਕਾਲਾ ਮੋਤੀਆ ਖਤਮ ਕਰਾ ਦਿਓ, ਮੈਂ ਹੋਰ ਦੁਨੀਆ ਦੇਖਣੀ ਚਾਹੁੰਦਾ, ਰੱਜਿਆ ਨਹੀਂ ਆ ਮੈਂ। ਇਹਨੂੰ ਕੋ ਕੰਨ ਤੇਰੇ ਬੋਲੇ ਹੋ ਗਏ, ਹੁਣ ਕੀ ਕਰਨਾ ਕੰਨਾਂ ਨੂੰ? ਰੱਜ ਗਿਆ ਹੋਏਗਾ ਦੁਨੀਆ ਦੇ ਸੰਗੀਤ ਸੁਣ ਸੁਣ ਕੇ, ਹਾਸੇ ਰੋਣੇ ਸੁਣ ਸੁਣ ਕੇ। ਆਖਦਾ ਨਹੀਂ, ਕੰਨਾਂ 'ਚ ਮਸ਼ੀਨ ਲਵਾ ਦਿਓ, ਅਜੇ ਆਪਣੀ ਉਸਤਤ ਸੁਣਨੀ ਹੈ, ਅਜੇ ਗੁਆਂਢੀ ਦੀ ਨਿੰਦਾ ਸੁਣਨੀ ਹੈ, ਅਜੇ ਆਪਣੇ ਪੋਤੇ ਦੇ ਵਿਆਹ ਦੇ ਹਾਸੇ ਸੁਣਨੇ ਨੇ, ਅਜੇ ਉਹਦੇ ਘਰ ਪੜਪੋਤੇ ਨੇ ਹੋਣਾ, ਉਹਦੇ ਰੋਣ ਦੀਆਂ ਆਵਾਜ਼ਾਂ ਸੁਣਨੀਆਂ ਨੇ। ਰੱਜਿਆ ਨਹੀਂ। ਇਹਨੂੰ ਕਹੋ ਭੋਜਨ ਖਾ ਖਾ ਕੇ ਰੱਜ ਗਿਆ ਹੋਏਗਾ, ਤੇਰੇ ਦੰਦ ਨਹੀਂ ਰਹੇ, ਰੱਜ ਗਿਆ ਹੋਏਗਾ। ਆਖਦਾ ਨਹੀਂ, ਮੈਨੂੰ ਚੀਜ਼ ਕੁੱਟ ਕੇ ਦੇ ਦਿਓ, ਮੈਂ ਅਜੇ ਵੀ ਸਵਾਦ ਦੇਖਣਾ ਹੈ। ਅੱਖੀਂ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜਿਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਗੁਰੂ ਜੀ ਆਖਦੇ ਨੇ, ਭਾਈ ਗੁਰਦਾਸ ਜੀ ਦੇ ਵਚਨ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਰੱਜ ਕੇ ਜੀਵੇ ਹੀ ਕੋਈ ਨਹੀਂ। ਮਨੁੱਖ ਬਾਗ ਦੇ ਚੱਕਰ ਲਗਾਉਂਦਾ ਲਗਾਉਂਦਾ ਥੱਕ ਜਾਂਦਾ, ਅੱਕਦਾ ਨਹੀਂ। 3 ਚੱਕਰ ਲਗਾਏ, ਮਨ ਕੀਤਾ ਕਿ ਹੋਰ ਇੱਕ ਚੱਕਰ ਲਗਾਵਾਂ, ਪਰ ਥੱਕ ਗਿਆ। ਦੁਨੀਆ ਦੇ ਤਮਾਸ਼ੇ ਬਾਗ ਨੂੰ ਦੇਖਦਿਆਂ ਅੰਗ ਨੈਣ ਪ੍ਰਾਣ ਥੱਕ ਜਾਂਦੇ ਨੇ, ਅੱਕਦੇ ਨਹੀਂ ਹਨ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥੱਕ ਸਮਾਇਆ। ਇਹ ਭੁੱਖ ਇਸ ਤਰ੍ਹਾਂ ਥੋੜੀ ਉਤਰਦੀ ਪਦਾਰਥਾਂ ਨਾਲ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਵੀ ਮਨੁੱਖ ਬੰਨ ਲਵੇ, ਇਹਦੀ ਅੰਦਰ ਦੀ ਭੁੱਖ ਪਦਾਰਥਾਂ ਨਾਲ ਨਹੀਂ ਮਿਟਦੀ। ਬਾਲਣ ਨਾਲ ਅੱਗ ਕਦੀ ਰਜਦੀ ਨਹੀਂ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੂਝੀ, ਲਪਟਰੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਅਗਲੇ ਵਚਨ, ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਮਨੁੱਖ ਹਜ਼ਾਰਾਂ ਚਲਾਕੀਆਂ ਸਿਆਣਪਾਂ ਕਰੇ ਕਿ ਚਲਾਕੀਆਂ ਦੇ ਨਾਲ ਮੈਂ ਰੱਬ ਨੂੰ ਪਾ ਲਵਾਂ, ਇਹਦੀ ਇੱਕ ਵੀ ਚਲਾਕੀ ਨਾਲ ਨਹੀਂ ਨਿਭਦੀ। ਇਸ ਕਰਕੇ ਜੀਵ ਗੁਰੂ ਦੀ ਮੱਤ ਲੈ ਲਈ। ਗੁਰੂ ਦੀ ਮੱਤ ਤੋਂ ਬਿਨਾਂ ਚੰਗੇ ਚੰਗੇ ਸਿਆਣੇ ਡੁੱਬ ਗਏ। ਗੁਰ ਕੀ ਮੱਤ ਤੂੰ ਲੇਹ ਇਆਣੇ, ਭਗਤ ਬਿਨਾਂ ਉਹ ਡੁੱਬੇ ਸਿਆਣੇ। ਇਹ 4 ਸਾਧਨ ਸਨ। ਇਸ਼ਨਾਨ ਕੀਤਿਆਂ ਗੁਰੂ ਜੀ ਆਖਦੇ ਨੇ ਅੰਦਰ ਦੀ ਸੁੱਚਤਾ ਨਹੀਂ ਆਉਂਦੀ। ਚੁੱਪ ਰਿਆਂ ਸਤਿਗੁਰੂ ਆਖਦੇ ਨੇ ਸਮਾਜ ਨਹੀਂ ਚੱਲ ਸਕਦਾ। ਜੇ ਟੀਚਰ ਚੁੱਪ ਹੋ ਗਏ, ਬੱਚੇ ਕਿਵੇਂ ਪੜ੍ਹਨਗੇ? ਕੋਈ ਡਾਕਟਰ ਵਕੀਲ ਇੰਜੀਨੀਅਰ ਕਿਵੇਂ ਬਣੇਗਾ? ਸਮਾਜ ਦਾ ਤਾਣਾ ਬਾਣਾ ਰੁਕ ਜਾਏਗਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਿਸੇ ਦੀ ਗੱਲ ਸੁਣੋ, ਆਪਣੇ ਵਿਚਾਰ ਵੀ ਦਿਓ। ਭੁੱਖਿਆਂ ਭੁੱਖ ਨਾ ਉਤਰੀ, ਗੁਰੂ ਜੀ ਨੇ ਕਹਿ ਦਿੱਤਾ ਪਦਾਰਥਾਂ ਨਾਲ ਕਦੀ ਕੋਈ ਰੱਜਦਾ ਨਹੀਂ। ਚੌਥੀ ਗੱਲ, ਚਲਾਕੀਆਂ ਸਿਆਣਪਾਂ ਨਾਲ ਵੀ ਸਚਿਆਰ ਨਹੀਂ ਬਣਿਆ ਜਾ ਸਕਦਾ। ਫਿਰ ਕਿਵੇਂ ਬਣੀਏ? ਕਿਵੇਂ ਸਚਿਆਰਾ ਹੋਈਏ,
ਕਿਮ ਕੂੜਾ ਟੁੱਟੈ ਪਾਲ। ਸਚਿਆਰ ਕਿਵੇਂ ਬਣੀਏ? ਸੱਚਾ ਨਹੀਂ, ਸੱਚਾ ਤੇ ਗੰਗੂ ਵੀ ਹੈ। ਗੰਗੂ ਨੇ ਸੱਚ ਬੋਲਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਾਂ ਤੇ ਬੱਚੇ ਮੇਰੇ ਘਰ ਵਿੱਚ ਨੇ ਆ ਕੇ ਫੜ ਲਓ। ਦੁਨੀਆ ਨੇ ਗੰਗੂ ਦੇ ਸੱਚ ਤੇ ਲਾਹਨਤਾਂ ਪਾਈਆਂ। ਕਿਉਂ? ਉਹਦੇ ਸੱਚ ਪਿੱਛੇ ਭਾਵਨਾ ਬੜੀ ਮੈਲੀ ਸੀ, ਮੈਨੂੰ ਇਨਾਮ ਮਿਲੇਗਾ, ਲਾਲਚ ਸੀ। ਦੂਜੇ ਪਾਸੇ ਗਨੀ ਖਾਨ ਨਬੀ ਖਾਨ ਨੇ ਝੂਠ ਬੋਲਿਆ। ਜਦੋਂ ਮੁਗਲ ਸੈਨਿਕਾਂ ਨੇ ਪੁੱਛਿਆ ਕੌਣ ਹੈ, ਤੇ ਉਹ ਕਹਿਣ ਲੱਗੇ ਇਹ ਉੱਚ ਦੇ ਪੀਰ ਨੇ। ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਪਰ ਦੁਨੀਆ ਨੇ ਗਨੀ ਖਾਨ ਨਬੀ ਖਾਨ ਦੇ ਝੂਠ ਨੂੰ ਪ੍ਰਵਾਨ ਕੀਤਾ। ਉਹਨਾਂ ਪਿੱਛੇ ਭਾਵਨਾ ਬੜੀ ਵਧੀਆ ਸੀ। ਉਹਨਾਂ ਨੂੰ ਪਤਾ ਸੀ ਕਿ ਜੇ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਜ਼ਾਲਮਾਂ ਦੇ ਕਾਬੂ ਆ ਜਾਂਦੇ ਨੇ, ਦੁਨੀਆ ਤੋਂ ਧਰਮ ਮੁੱਕ ਜਾਏਗਾ। ਅੱਜ ਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਰਹੇਗਾ। ਅੱਜ ਮਨੁੱਖਤਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਖਤ ਲੋੜ ਹੈ। ਇਸ ਕਰਕੇ ਉਹਨਾਂ ਝੂਠ ਬੋਲਿਆ, ਦੁਨੀਆ ਨੇ ਝੂਠ ਨੂੰ ਪ੍ਰਵਾਨ ਕੀਤਾ। ਸੱਚਾ ਤੇ ਗੰਗੂ ਵੀ ਹੈ, ਗੱਲ ਤੇ ਭਾਵਨਾ ਦੀ ਹੈ। ਜੇ ਅੰਦਰ ਹਿਰਦਾ ਸੱਚਾ ਤੇ ਸੱਚ ਪ੍ਰਵਾਨ ਹੈ, ਜੇ ਹਿਰਦਾ ਸੱਚਾ ਨਹੀਂ ਤੇ ਸੱਚ ਵੀ ਪ੍ਰਵਾਨ ਨਹੀਂ। ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦਾ ਸੱਚਾ ਹੋਏ, ਅੰਦਰ ਵੀ ਸੱਚਾ ਹੋਣਾ ਚਾਹੀਦਾ ਹੈ। ਇਸ ਕਰਕੇ ਗੁਰੂ ਜੀ ਨੇ ਕਿਹਾ ਤੂੰ ਸਚਿਆਰ ਬਣ। ਕਿਵੇਂ ਬਣੀਏ? ਕਿਵੇਂ ਸਚਿਆਰਾ ਹੋਈਏ? ਸਚਿਆਰਾ ਕੌਣ ਹੈ? ਸਚਿਆਰਾ ਹੈ ਪ੍ਰਭੂ। ਅਸੀਂ ਬਾਣੀ 'ਚ ਪੜ੍ਹਦੇ ਹਾਂ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਉਹ ਸਚਿਆਰ ਕਿਵੇਂ ਬਣੀਏ? ਅਸਲ ਵਿੱਚ ਰੱਬ ਦੀ ਖੋਜ, ਰੱਬ ਹੋਣ ਦੀ ਖੋਜ ਹੈ। ਕਿਮ ਕੂੜੈ ਟੁੱਟੈ ਪਾਲ। ਝੂਠ ਦੀ ਦੀਵਾਰ ਕਿਵੇਂ ਟੁੱਟੇ? ਜਾਤੀਵਾਦ, ਮੇਰ ਤੇਰ, ਵਿਤਕਰਿਆਂ ਦੀ ਦੀਵਾਰ ਕਿਵੇਂ ਟੁੱਟੇ? ਅਹੰਕਾਰ ਦੀ ਦੀਵਾਰ ਕਿਵੇਂ ਟੁੱਟੇ? ਕਿਮ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਨਾਨਕ ਤੇ ਰੁਕਣਾ ਹੈ। ਨਾਨਕ ਇੱਕੋ ਇੱਕ ਤਰੀਕਾ ਹੈ, ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ, ਰਜ਼ਾ ਦਾ ਮਾਲਕ ਰਜ਼ਾਈ ਪ੍ਰਭੂ, ਉਹਦੇ ਹੁਕਮ ਵਿੱਚ ਚੱਲਣਾ। ਹੁਕਮੀ ਦੇ ਹੁਕਮ ਵਿੱਚ ਆਉਣਾ, ਰੱਬੀ ਨਿਯਮਾਂ ਮੁਤਾਬਕ ਜ਼ਿੰਦਗੀ ਨੂੰ ਜਿਉਣੀ। ਬਸ ਆਹੀ ਇੱਕ ਤਰੀਕਾ ਹੈ। ਨਾਨਕ ਭਾਵੇਂ ਨਾਨਕ ਲਿਖਿਆ ਨਾਲ। ਇਹਦਾ ਮਤਲਬ ਨਹੀਂ ਮੱਥੇ ਤੇ ਨਾਲ ਲਿਖਿਆ ਹੈ। ਜਦੋਂ ਤੋਂ ਸੰਸਾਰ ਬਣਿਆ, ਧੁਰੋਂ ਤੋਂ ਇਹੀ ਰੀਤ ਨਾਲ ਲਿਖੀ ਚਲੀ ਆ ਰਹੀ ਹੈ। ਜਦੋਂ ਤੋਂ ਜਗਤ ਬਣਿਆ, ਇਹੀ ਨਿਯਮ ਹੈ ਕਿ ਜਿਹਨੇ ਸਚਿਆਰ ਬਣਨਾ ਹੈ, ਹੁਕਮ ਰਜ਼ਾਈ ਚੱਲਣਾ, ਉਹਨੂੰ ਰਜ਼ਾ ਦੇ ਮਾਲਕ ਦੀ ਰਜ਼ਾ ਵਿੱਚ ਆਉਣਾ ਪੈਣਾ ਹੈ। ਹੁਕਮੀ ਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰਨੀ ਪਏਗੀ, ਤਾਂ ਹੀ ਮਨੁੱਖ ਸਚਿਆਰ ਬਣ ਸਕਦਾ ਹੈ। ਹੁਕਮ ਵਿੱਚ ਕਿਵੇਂ ਆਇਆ ਜਾ ਸਕਦਾ ਹੈ, ਇਹਦੀ ਵਿਚਾਰ ਅਸੀਂ ਅਗਲੀ ਪੌੜੀ ਵਿੱਚ ਕਰਾਂਗੇ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।